बहुत स्वागत है जी सारिਆਂ ਦਾ। मैं हाँ सुरिंदर डल्ला। पंजाब दियां देश दियां ਵੱਡੀਆਂ ਤੇ ਅਹਿਮ ਸੁਰਖੀਆਂ ਤੇ ਉਹਨਾਂ ਦੇ ਕੱਪੜ ਛਾਣ ਦੇ ਨਾਲ ਇਸ ਵਕਤ ਅਸੀਂ ਗੱਲ ਨੂੰ ਅੱਗੇ ਵਧਾਵਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ। ਕੇਂਦਰੀ ਜਲ ਸ਼ਕਤੀ ਮੰਤਰੀ ਨੇ ਇੱਕ ਵਾਰੀ ਫੇਰ ਅਜਿਹਾ ਬਿਆਨ ਦਿੱਤਾ ਹੈ ਜਿਸ ਨੂੰ ਕਿਸਾਨਾਂ ਵੱਲੋਂ ਨਕਾਰ ਦਿੱਤਾ ਗਿਆ ਔਰ ਕਿਸਾਨਾਂ ਦੇ ਵਿੱਚ ਕਾਫੀ ਨਿਰਾਸ਼ਾ ਇਸ ਬਿਆਨ ਨਾਲ ਸੁਣਨ ਨੂੰ ਮਿਲ ਰਹੀ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਕਹਿ ਰਹੇ ਨੇ ਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਹ VIP ਅੰਦੋਲਨ ਹੈ। ਅਸਲ ਦੇ ਵਿੱਚ ਕਿਸਾਨਾਂ ਦੇ ਇਸ ਅੰਦੋਲਨ ਤੋਂ ਬਾਅਦ ਕੇਂਦਰੀ ਜਲ ਸ਼ਕਤੀ ਮੰਤਰੀ ਦਾ ਇੱਕ ਕੇਂਦਰੀ ਮੰਤਰੀ ਦਾ ਇਸ ਤਰੀਕੇ ਦਾ ਬਿਆਨ ਇਹ ਪ੍ਰਗਟ ਕਰ ਰਿਹਾ ਹੈ ਕਿ ਕੇਂਦਰ ਦੀ ਸਰਕਾਰ ਕਿਤੇ ਨਾ ਕਿਤੇ ਇਸ ਕਿਸਾਨ ਅੰਦੋਲਨ ਤੋਂ ਕਾਫੀ ਜ਼ਿਆਦਾ ਔਖੀ ਹੈ। ਇਸ ਕਿਸਾਨ ਅੰਦੋਲਨ ਨੂੰ ਕੇਂਦਰ ਦੀ ਸਰਕਾਰ ਨੂੰ ਨਜਿੱਠਣਾ ਨਹੀਂ ਆ ਰਿਹਾ। ਕੇਂਦਰ ਦੀ ਸਰਕਾਰ ਕਿਸਾਨਾਂ ਦੀ ਦਿਲ ਦੀ ਗੱਲ ਨਹੀਂ ਸਮਝ ਪਾ ਰਹੀ। ਇਹਦੇ ਤੋਂ ਇੰਜ ਲੱਗਦਾ ਹੈ ਔਰ ਇਹਦੇ ਤੋਂ ਇੰਜ ਵੀ ਲੱਗਦਾ ਹੈ ਕਿ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀਆਂ ਦੀ ਸੋਚ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਮੈਨੂੰ ਨਹੀਂ ਲੱਗਦਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਹਿਣਗੇ ਕਿ ਇਹ VIP ਅੰਦੋਲਨ ਹੈ। ਅਸਲ ਦੇ ਵਿੱਚ ਇਸ ਅੰਦੋਲਨ ਦੇ ਨੂੰ ਅਸੀਂ ਬਹੁਤ ਗਹਿਰਾਈ ਨਾਲ ਦੇਖੀਏ ਤਾਂ ਇਸ ਅੰਦੋਲਨ ਦੇ ਨਾਲ ਜਨ ਭਾਵਨਾਵਾਂ ਜੁੜ ਗਈਆਂ ਨੇ। ਦੇਸ਼ ਦੇ ਕਿਸਾਨ ਦੇ ਨਾਲ ਆਮ ਲੋਕ ਇਸ ਅੰਦੋਲਨ ਦੇ ਨਾਲ ਆ ਕੇ ਜੁੜ ਗਏ ਨੇ। ਕਿਸਾਨ ਭਾਵੇਂ ਆਪਣਾ ਰਾਸ਼ਨ ਵੀ ਲੈ ਕੇ ਆ ਰਹੇ ਨੇ ਪਰ ਲੋਕ ਆਪ ਮੁਹਾਰੇ ਕਿਸਾਨਾਂ ਨੂੰ ਰਾਸ਼ਨ ਦੇ ਰਹੇ ਨੇ। ਗਰਮ ਚਾਹ ਲਈ ਕੈਟਲਸ ਦੇ ਰਹੇ ਨੇ, ਕੌਫੀ ਦੀਆਂ ਮਸ਼ੀਨਾਂ ਦੇ ਰਹੇ ਨੇ, ਕੋਈ ਟੈਂਟ ਲਾ ਕੇ ਦੇ ਰਿਹਾ ਹੈ। ਡਾਕਟਰ ਹਸਪਤਾਲ ਦੇ ਰੂਪ ਦੇ ਵਿੱਚ ਐਂਬੂਲੈਂਸ ਲੈ ਕੇ ਸੇਵਾ ਕਰਨ ਜਾ ਰਹੇ ਨੇ। ਸਮਾਜ ਸੇਵੀ ਸੰਸਥਾਵਾਂ ਕੰਬਲ ਵੰਡਣ ਜਾ ਰਹੀਆਂ ਨੇ ਔਰ ਗੁਰੂ ਦਾ ਲੰਗਰ ਹਮੇਸ਼ਾ ਦੀ ਤਰ੍ਹਾਂ ਇਹਨਾਂ ਸਾਰੇ ਵੱਡੇ ਅੰਦੋਲਨਾਂ ਦੇ ਵਿੱਚ 24 ਘੰਟੇ ਖੁੱਲ੍ਹਾ ਹੈ। ਸੋ ਸਿਰਫ ਅੰਦੋਲਨਕਾਰੀ ਕਿਸਾਨ ਹੀ ਨਹੀਂ, ਉਹ ਗਰੀਬ ਲੋਕ ਜਿਹੜੇ ਰਾਤ ਨੂੰ ਸੜਕਾਂ 'ਤੇ ਮੰਗਣ ਨੂੰ ਮਜਬੂਰ ਸੀ 2 ਵਕਤ ਦੀ ਰੋਟੀ, ਉਹ ਵੀ ਇਹਨਾਂ ਲੰਗਰਾਂ ਦੇ ਵਿੱਚ ਆ ਕੇ ਆਪਣਾ ਢਿੱਡ ਭਰ ਰਹੇ ਨੇ। ਸੋ ਭਾਵ ਇਹ ਕਿਸਾਨ ਅੰਦੋਲਨ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਨੂੰ, ਸਾਡੇ ਆਪਸੀ ਭਾਈਚਾਰੇ ਨੂੰ ਵੀ ਦਰਸਾਉਂਦਾ ਹੈ। ਪਰ ਕੇਂਦਰੀ ਜਲ ਮੰਤਰੀ ਨੂੰ ਇਹ ਲੱਗਦਾ ਹੈ ਕਿ ਇਹ VVIP ਅੰਦੋਲਨ ਹੈ। ਕੇਂਦਰੀ ਜਲ ਮੰਤਰੀ ਕਹਿੰਦੇ ਅਸੀਂ ਵੀ ਅੰਦੋਲਨ ਕੀਤੇ ਹੈ, ਸਾਡੇ ਵੇਲੇ ਇਸ ਤਰੀਕੇ ਦੇ ਹਾਲਾਤ ਨਹੀਂ ਸੀ। ਭਾਵ ਕਿ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਆਪਣੇ ਮਾੜੇ ਤਜਰਬੇ ਨੂੰ, ਖੇਤੀ ਅੰਦੋਲਨਾਂ ਬਾਰੇ ਆਪਣੇ ਮਾੜੇ ਤਜਰਬੇ ਨੂੰ ਆਧਾਰ ਬਣਾ ਕੇ ਇਸ ਅੰਦੋਲਨ ਨੂੰ ਨਕਾਰ ਰਹੇ ਨੇ। ਮੈਨੂੰ ਇਹ ਲੱਗਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਗਜੇਂਦਰ ਸਿੰਘ ਸ਼ੇਖਾਵਤ ਉਹਨਾਂ ਨੂੰ ਟੈਲੀਫੋਨ ਕਰਕੇ ਸਮਝਾਉਣਗੇ ਕਿ ਕਿਸਾਨ ਅੰਦੋਲਨ ਬਾਰੇ ਅਜਿਹਾ ਨਹੀਂ ਬੋਲਣਾ ਚਾਹੀਦਾ। ਇਸੇ ਕਰਕੇ ਕਿਸਾਨਾਂ ਤੇ ਅੰਦੋਲਨਕਾਰੀ ਕਿਸਾਨਾਂ ਤੇ ਸਰਕਾਰ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਸਿਰੇ ਨਹੀਂ ਚੜ੍ਹ ਰਹੀ। ਸ਼ਾਇਦ ਇਹੀ ਕਾਰਨ ਹੈ ਕੋਈ ਕਿਸਾਨ ਅੰਦੋਲਨ 'ਚ ਸ਼ਾਮਲ ਲੋਕਾਂ ਨੂੰ ਖਾਲਿਸਤਾਨੀ ਕਹਿ ਰਿਹਾ ਹੈ, ਕੋਈ ਦਹਿਸ਼ਤਗਰਦ ਕਹਿ ਰਿਹਾ। ਠੀਕ ਹੈ, ਹਰ ਕੌਮ 'ਚ, ਹਰ ਮੁਲਕ 'ਚ, ਹਰ ਖਿੱਤੇ 'ਚ, ਹਰ ਥਾਂ ਕੁਝ ਲੋਕ ਮਾੜੇ ਹੋ ਸਕਦੇ ਨੇ। ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਇਹ ਕਾਨੂੰਨ ਦਾ ਕੰਮ ਹੈ। ਪਰ ਸਾਰਿਆਂ ਨੂੰ ਖਾਲਿਸਤਾਨੀ ਜਾਂ ਅੱਤਵਾਦੀ ਕਹਿ ਦੇਣਾ ਵੀ ਗਲਤ ਹੈ। ਔਰ ਗਜੇਂਦਰ ਸਿੰਘ ਸ਼ੇਖਾਵਤ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਮੁਲਕ 'ਚ ਜਦੋਂ ਦਿੱਕਤ ਆਉਂਦੀ ਹੈ, ਜਦੋਂ ਗੁਜਰਾਤ ਦੇ ਵਿੱਚ ਭੁਚਾਲ ਆਇਆ, ਕਿੰਨੀ ਵੱਡੀ ਸੰਖਿਆ ਦੇ ਵਿੱਚ ਲੋਕ ਉੱਥੇ ਮਾਰੇ ਗਏ। ਮੈਨੂੰ ਯਾਦ ਹੈ ਉਦੋਂ ਮੈਂ ਇੱਕ ਹੋਰ ਕੌਮੀ ਚੈਨਲ 'ਚ ਕੰਮ ਕਰਦਾ ਸੀ। ਸਭ ਤੋਂ ਪਹਿਲਾਂ ਪੰਜਾਬ ਤੋਂ ਮਦਦ ਜਾਣੀ ਸ਼ੁਰੂ ਹੋਈ। ਸਨਅਤੀ ਕੇਂਦਰ ਲੁਧਿਆਣਾ 'ਚੋਂ, ਹੌਜ਼ਰੀ 'ਚੋਂ ਕੱਪੜੇ ਜਾਣੇ ਸ਼ੁਰੂ ਹੋਏ। ਉਦੋਂ ਲੋਕਾਂ ਕੋਲੇ ਕੱਪੜੇ ਨਹੀਂ ਸੀ, ਟਰੱਕ ਭਰ ਕੇ ਕੱਪੜੇ ਗੁਜਰਾਤ ਦੇ ਕੱਛ 'ਚ ਭੇਜੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਦੇਸ਼ ਭਰ ਦੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ। ਜ਼ਰੂਰਤਮੰਦ ਲੋਕਾਂ ਨੂੰ ਰਸਦ ਦੇ ਟਰੱਕ ਭੇਜੇ ਗਏ। ਉਸ ਵਕਤ ਗੁਜਰਾਤ ਵਿੱਚ ਵੀ ਸਰਕਾਰ ਸੀ ਤੇ ਮੁਲਕ ਦੇ ਵਿੱਚ ਵੀ ਸਰਕਾਰ ਸੀ, ਪਰ ਲੋਕਾਂ ਨੇ ਆਪਣਾ ਫਰਜ਼ ਸਮਝ ਕੇ ਉਸ ਭੁਚਾਲ 'ਚ ਲੋਕਾਂ ਦੀ ਮਦਦ ਕੀਤੀ। ਉੱਤਰਾਖੰਡ ਵੇਲੇ ਦੇਖੋ ਲੋਕਾਂ ਨੇ ਕਿਵੇਂ ਮਦਦ ਕੀਤੀ। ਔਰ ਦੇਸ਼ 'ਚ ਜਦੋਂ ਵੀ ਕਿਤੇ ਤਬਾਹੀ ਆਈ ਹੈ, ਮਹਾਮਾਰੀ ਦੇ ਦੌਰ 'ਚ ਜਦੋਂ ਲੋਕ ਪੈਦਲ ਜਾ ਰਹੇ ਸੀ, ਦੇਸ਼ ਭਰ ਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚੋਂ ਲੰਗਰ ਦੀ ਸੇਵਾ ਕੀਤੀ ਗਈ। ਸਿੱਖ ਸੰਸਥਾਵਾਂ ਨੇ ਸੇਵਾ ਕੀਤੀਆਂ, ਸਾਡੇ ਹੋਰ ਭਾਈਚਾਰੇ ਦੀਆਂ ਸੇਵਾਵਾਂ ਨੇ ਸੰਸਥਾਵਾਂ ਕੀਤੀਆਂ। ਕਈ ਮੰਦਰ ਕਮੇਟੀਆਂ ਨੇ ਲੰਗਰ ਲਾਏ। ਮੈਨੂੰ ਯਾਦ ਹੈ ਪੰਜਾਬ ਦੇ ਵਿੱਚ ਵੀ ਕਈ ਥਾਈਂ ਵੱਖ-ਵੱਖ ਮੰਦਰ ਕਮੇਟੀਆਂ, ਧਾਰਮਿਕ ਸੰਸਥਾਵਾਂ ਨੇ ਵੀ ਲੰਗਰ ਲਾਏ। ਸੋ ਭਾਵ ਕਿ ਸਮਾਜ ਦੇ ਵਿੱਚ ਕੇਂਦਰੀ ਮੰਤਰੀ ਨੇ ਜਿਹੜੇ ਉਹ ਸਮਾਜ ਦੇ ਵਿੱਚ ਜਿਹੜੀ ਆਪਸੀ ਮਿਲਵਰਤਨ ਦੀ ਭਾਵਨਾ ਹੈ ਇਸ ਅੰਦੋਲਨ ਦੇ ਪਿੱਛੇ, ਉਹਨੂੰ ਨਾ ਸਮਝਦੇ ਹੋਏ ਇਸ ਅੰਦੋਲਨ ਨੂੰ VVIP ਅੰਦੋਲਨ ਕਹਿ ਰਹੇ ਨੇ। ਜਦਕਿ ਜਿਹੜੇ ਕੇਂਦਰੀ ਮੰਤਰੀ ਹੈ, ਜਿਹੜੀ ਉਹਨਾਂ ਕੋਲੇ ਸਰਕਾਰੀ ਗੱਡੀ ਹੈ, ਜਿਹੜੀ ਉਹਨਾਂ ਕੋਲੇ ਸਰਕਾਰੀ ਕੋਠੀ ਹੈ, ਜਿਹੜੀ ਉਹਨਾਂ ਕੋਲੇ ਲਾਮ ਲਸ਼ਕਰ
ਉਹਨਾਂ ਨੂੰ ਫੋਰਸ ਲੱਗੀ ਹੈ, ਉਹ ਸਾਰੀ ਦਾ ਮੁੱਲ ਹੈ ਜਿਹੜਾ ਉਹ ਲੋਕ ਚੱਕ ਰਹੇ ਨੇ। ਸ਼ੇਖਾਵਤ ਸਾਹਿਬ, ਤੁਹਾਡੀਆਂ ਸੁੱਖ ਸਹੂਲਤਾਂ ਲੋਕਾਂ ਦੇ ਟੈਕਸਾਂ ਤੇ ਨੇ। ਜਾਂ ਤਾਂ ਤੁਸੀਂ ਤਨਖਾਹ ਨਾਲ ਲੈਂਦੇ ਹੋ ਜਾਂ ਤਾਂ ਤੁਸੀਂ ਸਰਕਾਰੀ ਕੋਠੀ ਨਾਲ ਲੈਂਦੇ ਹੋ। ਇਹਦਾ ਮਤਲਬ ਹੈ ਤੁਸੀਂ ਵੀ ਲੋਕਾਂ ਦੇ ਪੈਸੇ ਤੇ VVIP ਕਲਚਰ ਦਾ ਆਨੰਦ ਮਾਣ ਰਹੇ ਹੋ ਸਰਕਾਰੀ ਕੋਠੀ ਲੈ ਕੇ। ਤੁਹਾਡੀ ਸਰਕਾਰੀ ਕੋਠੀ 'ਚ AC ਵੀ ਹੋਣਗੇ, ਸਰਕਾਰ ਤੁਹਾਡੇ ਬਿਜਲੀ ਦਾ ਬਿੱਲ ਵੀ ਦੇ ਰਹੀ ਹੋਣੀ ਹੈ, ਸਰਕਾਰ ਤੁਹਾਡੇ ਗੀਜ਼ਰ ਦਾ ਗਰਮ ਪਾਣੀ ਨਹਾਉਣ ਵਾਲੇ ਦਾ ਖਰਚਾ ਵੀ ਚੱਕ ਰਹੀ ਹੋਣੀ ਹੈ, ਸਰਕਾਰ ਤੁਹਾਡੇ AC ਦਾ ਬਿਜਲੀ ਦੇ ਬਿੱਲ ਦੇ ਰੂਪ 'ਚ ਭੁਗਤਾਨ ਵੀ ਕਰ ਰਹੀ ਹੋਣੀ ਹੈ। ਭਾਵ ਕਿ ਸਰਕਾਰ ਵੀ ਜਿਹੜੀਆਂ ਸੁੱਖ ਸਹੂਲਤਾਂ ਮਾਣ ਰਹੀ ਹੈ, ਟੈਲੀਫੋਨ ਤੱਕ ਦੇ ਭੱਤੇ ਮੈਨੂੰ ਪਤਾ ਹੈ ਕਿ ਮੰਤਰੀਆਂ ਨੂੰ ਮਿਲਦੇ ਨੇ। ਸੋ ਸਾਰਾ ਕੁਝ ਜਿਹੜੇ ਮੰਤਰੀ ਨੇ, ਤੁਸੀਂ ਲੋਕਾਂ ਦੇ ਟੈਕਸਾਂ ਦੇ ਪੈਸੇ ਤੋਂ ਆਨੰਦ ਮਾਣ ਰਹੇ ਹੋ, ਤੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਜਿਹੜੀ ਸੇਵਾ ਹੋ ਰਹੀ ਹੈ ਉਹਨੂੰ ਤੁਸੀਂ VVIP ਕਲਚਰ ਕਹਿ ਰਹੇ ਹੋ। ਸੋ ਗਜਿੰਦਰ ਸਿੰਘ ਸ਼ੇਖਾਵਤ ਉਹਨਾਂ ਦੇ ਇਸ ਬਿਆਨ ਦੀ ਕਈ ਪਾਸਿਓਂ ਜਿਹੜੀ ਹੈ ਉਹ ਨਿਖੇਧੀ ਹੋ ਰਹੀ ਹੈ। ਅਜਿਹਾ ਬਿਆਨ ਇੱਕ ਜ਼ਿੰਮੇਦਾਰ ਮੰਤਰੀ ਨੂੰ ਘੱਟੋ ਘੱਟ ਨਹੀਂ ਦੇਣਾ ਚਾਹੀਦਾ, ਔਰ ਜ਼ਰੂਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਗਜਿੰਦਰ ਸਿੰਘ ਸ਼ੇਖਾਵਤ ਉਹਨਾਂ ਨੂੰ ਸਮਝਾਉਣਗੇ। ਮੈਨੂੰ ਲੱਗਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਸਮਝਾ ਚੁੱਕੇ ਹੋਣਗੇ ਕਿ ਅਜਿਹਾ ਨਹੀਂ ਬੋਲਣਾ। ਸੋ ਮੈਂ ਦਰੁਸਤ ਕਰਦਾ, ਮੈਂ ਇਹ ਦੱਸਣਾ ਕਿ ਗੁਜਰਾਤ ਦੇ ਭੁੱਜ ਦੇ ਵਿੱਚ ਭੁਚਾਲ ਆਇਆ ਸੀ। ਮੈਂ ਕੱਛ ਦਾ ਇਲਾਕਾ ਕਿਹਾ ਗਿਆ, ਗੁਜਰਾਤ ਦੇ ਭੁੱਜ 'ਚ ਜਿਹੜਾ ਹੈ ਭੁਚਾਲ ਆਇਆ ਸੀ, ਜਦੋਂ ਬਹੁਤ ਵੱਡੀ ਮਦਦ ਪੰਜਾਬੀਆਂ ਨੇ ਵੀ ਕੀਤੀ ਸੀ। ਸੋ ਅਸੀਂ ਵੀ ਉਸ ਵੇਲੇ ਸਾਨੂੰ ਯਾਦ ਹੈ ਕਿ ਚੈਨਲਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਵੀ ਜਿਹੜੇ ਪੱਤਰਕਾਰ ਸੀ ਉਹਨਾਂ ਨੇ ਵੀ ਆਪਣੀਆਂ ਤਨਖਾਹਾਂ ਦੇ ਵਿੱਚੋਂ ਕਟੌਤੀ ਕਰਵਾ ਕੇ ਮਦਦ ਲਈ ਯੋਗਦਾਨ ਕਰਵਾਏ ਸੀ। ਸੋ ਗਜਿੰਦਰ ਸਿੰਘ ਸ਼ੇਖਾਵਤ ਉਹਨਾਂ ਨੇ ਵੀ ਜ਼ਰੂਰ ਉਦੋਂ ਮਦਦ ਕੀਤੀ ਹੋਣੀ ਹੈ, ਪਰ ਅੱਜ ਉਹਨਾਂ ਨੂੰ ਕਿਸਾਨ ਅੰਦੋਲਨ ਹੈ ਜਿਹੜਾ ਉਹ VVIP ਅੰਦੋਲਨ ਲੱਗ ਰਿਹਾ। ਇਹਦੇ ਨਾਲ ਨਾਲ 29 ਦਸੰਬਰ ਨੂੰ ਜਿਹੜੀ ਬੈਠਕ ਹੈ ਉਹਨੂੰ ਵਕਤ ਲਗਾਤਾਰ ਘਟ ਰਿਹਾ ਹੈ। ਸੋ ਵੇਖਣ ਵਾਲੀ ਗੱਲ ਰਹੇਗੀ ਕਿ 29 ਦਸੰਬਰ ਨੂੰ ਬੈਠਕ ਦੇ ਵਿੱਚ ਕੀ ਫੈਸਲਾ ਹੁੰਦਾ ਹੈ, ਕਿਉਂਕਿ ਕਿਸਾਨਾਂ ਨੇ ਸਪਸ਼ਟ ਤੌਰ ਤੇ 4 ਮੰਗਾਂ ਰੱਖ ਦਿੱਤੀਆਂ ਨੇ। 3 ਖੇਤੀ ਕਾਨੂੰਨ ਰੱਦ ਕਰਨ ਦੀ ਮੋਡੈਲਿਟੀ ਤੇ ਗੱਲਬਾਤ ਹੋਵੇ, ਪ੍ਰਕਿਰਿਆ ਬਣਾਈ ਜਾਵੇ, ਬਿਜਲੀ ਆਰਡੀਨੈਂਸ ਹੈ ਖਾਰਜ ਕੀਤਾ ਜਾਵੇ, ਪਰਾਲੀ ਦੀ ਸਜ਼ਾ ਦਾ ਕਾਨੂੰਨ ਹੈ ਜਿਹੜਾ ਆਰਡੀਨੈਂਸ ਦੇ ਵਿੱਚ ਜਿਹੜੀ ਪ੍ਰੋਵੀਜ਼ਨ ਹੈ ਪ੍ਰਦੂਸ਼ਣ ਵਾਲੇ ਕਾਨੂੰਨ ਦੇ ਵਿੱਚ, ਉਹਦੇ ਵਿੱਚੋਂ ਪਰਾਲੀ ਵਾਲੀ ਮਦ ਖਤਮ ਕੀਤੀ ਜਾਵੇ, ਔਰ ਇਸ ਦੇ ਨਾਲ ਨਾਲ ਕਿਸਾਨਾਂ ਨੇ ਕਿਹਾ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਦੂਜੇ ਪਾਸੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਕੀਤੀ, ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਵੀ ਅੱਜ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਸ ਰੇਡੀਓ ਪ੍ਰੋਗਰਾਮ ਦੇ ਵਿੱਚ ਦੇਸ਼ ਦੇ ਵਿਕਾਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ, ਪਰ ਕਿਉਂਕਿ ਮੁਲਕ 'ਚ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈ, ਸੋ ਕਿਸਾਨਾਂ ਨੇ ਔਰ ਵੱਖ-ਵੱਖ ਪੋਲੀਟੀਕਲ ਲੋਕਾਂ ਨੇ ਵੀ ਪ੍ਰਧਾਨ ਮੰਤਰੀ ਦੇ ਇਸ ਮਨ ਕੀ ਬਾਤ ਪ੍ਰੋਗਰਾਮ ਦੇ ਮੌਕੇ ਥਾਲੀਆਂ ਵਜਾ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ। ਕਰੋਨਾ ਦੇ ਖਿਲਾਫ ਜੰਗ ਦੇ ਵਿੱਚ ਪ੍ਰਧਾਨ ਮੰਤਰੀ ਦੇ ਇੱਕ ਸੱਦੇ ਤੇ ਮੁਲਕ 'ਚ ਥਾਲੀਆਂ ਵੀ ਵਜਾਈਆਂ ਗਈਆਂ। ਰਾਤ ਨੂੰ 9 ਵਜੇ ਤੋਂ 15-20 ਮਿੰਟਾਂ ਲਈ ਲਾਈਟਾਂ ਵੀ ਬੰਦ ਕੀਤੀਆਂ ਗਈਆਂ, ਬੱਤੀਆਂ ਵੀ ਬੰਦ ਕੀਤੀਆਂ ਗਈਆਂ, ਤੇ ਅੱਜ ਉਹੀ ਫਾਰਮੂਲਾ ਕਿਸਾਨਾਂ ਨੇ ਔਰ ਪੰਜਾਬ ਦੇ ਪੋਲੀਟੀਕਲ ਲੋਕਾਂ ਨੇ ਵੀ ਵਰਤਿਆ। ਥਾਲੀਆਂ ਵਜਾਈਆਂ, ਜੰਤਰ ਮੰਤਰ ਦੇ ਧਰਨੇ ਤੇ ਵੀ ਥਾਲੀਆਂ ਵਜਾਈਆਂ। ਸੋ ਵੱਖ-ਵੱਖ ਥਾਂ ਤੇ ਥਾਲੀਆਂ ਵਜਾ ਕੇ ਕਿਹਾ ਕਿ ਵੱਖ-ਵੱਖ ਕਿਸਾਨ ਆਗੂਆਂ ਨੇ, ਪੋਲੀਟੀਕਲ ਆਗੂਆਂ ਨੇ। ਇੱਕ ਵਾਰੀ ਸੁਣਦੇ ਹਾਂ। ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਅੰਦੋਲਨ ਕਰ ਰਹੀਆਂ ਨੇ ਇੰਨੀ ਭਾਰੀ ਠੰਡ ਦੇ ਵਿੱਚ, ਦਿੱਲੀ ਦੇ ਬਾਰਡਰ ਘੇਰੇ ਹੋਏ ਨੇ, ਉਹਨਾਂ ਨੇ ਸੱਦਾ ਦਿੱਤਾ ਹੈ ਕਿ ਅੱਜ 11 ਵਜੇ ਪ੍ਰਧਾਨ ਮੰਤਰੀ ਝੂਠੇ ਮਨ ਕੀ ਬਾਤ ਕਰਨਗੇ, ਕਿਉਂਕਿ ਸੱਚੀ ਗੱਲ ਤਾਂ ਉਹ ਕਰਦੇ ਨਹੀਂ, ਝੂਠੇ ਮਨ ਕੀ ਬਾਤ ਕਰਦੇ ਨੇ ਰੇਡੀਓ ਤੇ ਜਿੰਨਾ ਚਿਰ ਉਹ ਮਨ ਕੀ ਬਾਤ ਕਰਨਗੇ ਤਾਂ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣਾ, ਥਾਲੀਆਂ ਖੜਕਾ ਕੇ, ਤਾਂ ਕਿ ਉਹਨਾਂ ਦੀ ਇਸ ਮਨ ਕੀ ਬਾਤ ਦਾ ਵਿਰੋਧ ਕੀਤਾ ਜਾ ਸਕੇ। ਸੋ ਅਸੀਂ ਇਸ ਕਰਕੇ ਇੱਥੇ ਖੜੇ ਹਾਂ। ਹੁਣੀ 11 ਵਜਣ ਵਾਲੇ ਨੇ, ਤਾਂ ਅਸੀਂ ਸਟਾਰਟ ਕਰਦੇ ਹਾਂ। ਅਸੀਂ ਸਾਥ ਦੇਵਾਂਗੇ ਇਸ ਸੱਦੇ ਦਾ ਜੋ ਕਿਸਾਨਾਂ ਨੇ ਦਿੱਤਾ ਹੈ। ਪੂਰੇ ਦੇਸ਼ 'ਚ ਜਿੱਥੇ ਵੀ ਵੀਡੀਓ ਸੁਣ ਰਹੇ ਹੋ, ਚਾਹੇ 5 ਮਿੰਟ ਲਈ ਸਹੀ, ਇੱਕ ਵਾਰੀ ਜ਼ਰੂਰ ਝੂਠੇ ਮਨ ਕੀ ਬਾਤ ਦਾ ਵਿਰੋਧ ਕਰਨਾ ਹੈ ਔਰ ਉਹਨਾਂ ਦੇ ਕਿਸਾਨਾਂ ਦੇ ਅੰਦੋਲਨ ਦਾ ਸਾਥ ਦੇਣਾ। ਤੁਸੀਂ ਆਪਣੇ ਮਨ ਕੀ ਬਾਤ ਬਹੁਤ ਕਰ ਚੁੱਕੇ ਹੋ। 6.5 ਸਾਲ ਤੋਂ ਲੋਕਾਂ ਨੇ ਤੁਹਾਡੇ ਮਨ ਕੀ ਬਾਤ ਪੂਰੀ ਕਰਤੀ, 2 ਵਾਰੀ ਪ੍ਰਧਾਨ ਮੰਤਰੀ ਬਣਾ ਕੇ। ਹੁਣ ਦੇਸ਼ ਦੇ ਲੋਕਾਂ ਦੀ ਮਨ ਕੀ ਬਾਤ ਸੁਣੋ, ਦੇਸ਼ ਦੇ ਲੋਕਾਂ ਨੂੰ ਸੁਣੋ, ਕਿਸਾਨਾਂ ਨੂੰ ਸੁਣੋ, ਅੰਨਦਾਤੇ ਨੂੰ ਸੁਣੋ। ਵੀਰੋ, ਅਸੀਂ ਤੁਹਾਡੇ ਨਾਲ ਆ। ਕਿਸਾਨ ਭਰਾਵਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ, ਜੋ ਵੀ ਤੁਸੀਂ ਜਥੇਬੰਦੀਆਂ ਕਾਲ ਦਿਓਗੇ, ਅਸੀਂ ਜਿੱਥੇ ਮਰਜ਼ੀ ਹੋਈਏ, ਅਸੀਂ ਤੁਹਾਡਾ ਸਾਥ ਦੇਵਾਂਗੇ, ਬਿਨਾਂ ਕਿਸੇ ਰਾਜਨੀਤੀ ਤੋਂ, ਬਿਨਾਂ ਕਿਸੇ ਰਾਜਨੀਤਿਕ ਲਾਭ ਤੋਂ ਜਾਂ ਕੋਈ ਹੋਰ ਗੱਲ। ਅਸੀਂ ਅੱਜ ਮੱਥਾ ਟੇਕਣ ਚੱਲੇ ਹਾਂ, ਸਜਦਾ ਕਰਨ ਚੱਲੇ ਹਾਂ ਫਤਿਹਗੜ੍ਹ ਸਾਹਿਬ, ਪਰ ਰਸਤੇ 'ਚ 11 ਵਜੇ ਨੇ ਤਾਂ ਅਸੀਂ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਦਾ ਵਿਰੋਧ ਕਰ ਰਹੇ ਹਾਂ।
मोदी ने ऐलान किया है 11 तो 11:20 तक मन की बात सुनाने का। उस की वजह से हम उसको अपने मन की बात सुनाना चाहते हैं जी। थालियां ਅਸੀਂ ਇਸ ਕਰਕੇ ਖੜਕਾ ਰਹੇ ਹਾਂ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਜਦੋਂ ਕਰੋਨਾ ਆਇਆ ਸੀਗਾ ਤੇ ਮੋਦੀ ਸਾਹਿਬ ਨੇ ਪਹਿਲਾਂ ਥਾਲੀਆਂ ਖੜਕਾਈਆਂ ਸੀ, ਫਿਰ ਤਾਲੀਆਂ ਵਜਾਈਆਂ ਸੀ, ਬੜਾ ਕੁਝ ਕੀਤਾ ਸੀ ਕਰੋਨਾ ਨੂੰ ਭਜਾਉਣ ਵਾਸਤੇ। ਅਸੀਂ ਇਹਦਾ ਹੀ ਫਾਰਮੂਲਾ ਵਰਤਣ ਰਹੇ ਹਾਂ। ਅਸੀਂ ਥਾਲੀਆਂ ਖੜਕਾ ਕੇ ਤੇ ਮੋਦੀ ਨੂੰ ਭਜਾਉਣਾ ਆ, ਕਿਉਂਕਿ ਮੋਦੀ ਜਿਹੜਾ ਆ ਇਹ ਕਰੋਨਾ ਨੂੰ ਭਿਆਨਕ ਆ। ਕਰੋਨਾ ਨੇ ਤਾਂ ਸਾਡਾ ਕੁਝ ਨਹੀਂ ਵਿਗਾੜਿਆ, ਪਰ ਮੋਦੀ ਸਭ ਕੁਝ ਵਿਗਾੜਿਆ। ਇਹਦਾ ਫਾਰਮੂਲਾ ਬੜਾ ਵਧੀਆ। ਉਹਨਾਂ ਕਿਹਾ ਸੀ ਥਾਲੀਆਂ ਵਜਾਓ, कोरोना भगाओ। हम बोलते हैं थाली खड़काओ और मोदी भगाओ। ਅੱਜ ਕੱਲ੍ਹ ਦੀ ਮਹਿੰਗਾਈ ਦੇ ਵਿੱਚ ਖੇਤੀਬਾੜੀ ਵਿੱਚ ਪਰਿਵਾਰਾਂ ਦਾ ਬਹੁਤ ਮੰਦਾ ਹਾਲ ਹੋਇਆ ਪਿਆ ਰੋਟੀ ਪਾਣੀ ਦਾ। ਤੇ ਮੋਦੀ ਜਿਹੜਾ ਹੈ ਇਹ ਜਿਹੜਾ ਸਾਡੀ ਜਿਹੜੀ ਖੇਤੀਬਾੜੀ ਉਹ ਵੀ ਖੋਹਣ ਨੂੰ ਤਿਆਰ ਬੈਠਾ ਆ, ਜੋ ਕਿ ਅਸੀਂ ਕਦੀ ਵੀ ਇਹ ਆਪਣੇ ਹੱਕ ਜਿਹੜੇ ਉਹਨੂੰ ਖੋਹਣ ਨਹੀਂ ਦੇਵਾਂਗੇ। ਆਪਣੇ ਹੱਕ ਅਸੀਂ ਉਹਦੇ ਕੋਲੋਂ ਜੁੱਤੀਆਂ ਦੇ ਨਾਲ ਲਵਾਂਗੇ। ਇਹ ਥਾਲੀਆਂ ਵਜਾ ਕੇ ਅਸੀਂ ਅੱਜ ਇਹੀ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿ ਸਾਡੇ ਜ਼ਿਮੀਂਦਾਰ ਜੋ ਵਿਚਾਰੇ ਇਹੋ ਇਤਨੀ ਜ਼ਿਆਦਾ ਠੰਡ ਦੇ ਵਿੱਚ ਪੋਹ ਮਾਘ ਦੇ ਦਿਨਾਂ ਦੇ ਵਿੱਚ ਸੜਕਾਂ ਦੇ ਉੱਤੇ ਰੋਲਣ ਰਹੇ ਆ, ਉਹਦੇ ਮਨ ਤੇ ਕੰਨਾਂ ਤੇ ਕਿਤੇ ਜੂੰ ਨਹੀਂ ਸਰਕਦੀ ਵੀ ਮੈਂ ਇਹਨਾਂ ਦੀ ਕੋਈ ਗੱਲਬਾਤ ਸੁਣਾ ਜਾਂ ਕਿੱਦਾਂ। ਇਹ ਸਾਡੇ ਜਿਹੜੇ ਹੱਕ ਆ ਸਾਡੇ ਖੋਹ ਰਿਹਾ, ਸਾਡੇ ਤੇ ਜਿਹੜੇ ਕਾਨੂੰਨ ਲਾਗੂ ਕਰਕੇ ਸਾਡੀ ਜਿਹੜੀ ਥੋੜੀ ਬਹੁਤੀ ਜ਼ਮੀਨਾਂ ਤੋਂ ਵੀ ਵਾਧਿਆ ਕਰ ਰਿਹਾ। ਅਸੀਂ ਤਰਲੇ ਮਾਰ ਰਹੇ ਹਾਂ ਤਾਂ ਫਿਰ ਵੀ ਸਾਡੀ ਇਹਨੂੰ ਕੁਛ ਨਹੀਂ ਲੱਗ ਰਹੀ ਵੀ ਕੋਈ ਮਾੜਾ ਆ ਕੋਈ ਤਗੜਾ ਆ ਜਾਂ ਕਿੱਦਾਂ। ਇਹ ਸਿਰਫ ਉਹਨਾਂ ਦਾ ਹਜ਼ਾਰਾਂ ਦਾ ਹੀ ਸੋਚ ਰਿਹਾ, ਇਹ ਨਹੀਂ ਕਿਸੇ ਗਰੀਬਾਂ ਦਾ ਕਿਸੇ ਮਜ਼ਦੂਰ ਏਕਤਾ ਦੇ ਨਾਲ ਵੀ ਮੈਂ ਸੰਬੰਧ ਬਣਾ ਕੇ ਰੱਖਾਂ ਕਿਸੇ ਦਾ। ਤੇ ਵੋਟਾਂ ਲੈਣ ਵਾਰੀ ਸਾਡੇ ਕੋਲ ਆ ਜਾਂਦੇ ਆ ਜੀ ਵੋਟਾਂ ਪਾਓ ਸਾਡੀ ਆ ਬੀਜੇਪੀ ਸਰਕਾਰ ਨੂੰ ਕਾਮਯਾਬ ਬਣਾਓ। ਅਸੀਂ ਇਹਨੂੰ ਬਹੁਤ ਸੰਮਤੀ ਦੇ ਕੇ ਇਹਨੂੰ ਅਸੈਂਬਲੀ ਦੇ ਵਿੱਚ ਭੇਜਿਆ ਤੇ ਇਹਨੇ ਸਾਡੇ ਪ੍ਰਧਾਨ ਮੰਤਰੀ ਬਣ ਕੇ ਤੇ ਸਾਡੇ ਤੇ ਉੱਤੇ ਸਾਡੇ ਸਿਰ ਦੇ ਵਿੱਚ ਮਿੱਟੀ ਪਾ ਰਿਹਾ। ਤੇ ਗੱਲ ਨਵਜੋਤ ਸਿੰਘ ਸਿੱਧੂ ਦੀ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਅੱਜ ਪਿੰਡ ਸੰਧਾਵਾਲ ਪੁੱਜੇ। ਕੁਝ ਦਿਨ ਪਹਿਲਾਂ ਵੀ ਤਰਨਤਾਰਨ ਦੇ ਇੱਕ ਪਿੰਡ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਏ ਸਨ। ਕਿਸਾਨਾਂ ਦੇ ਨਾਲ ਉਹਨਾਂ ਨੇ ਚੌਪਾਲ ਕੀਤੀ ਸੀ ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਕਿਵੇਂ ਅੰਮ੍ਰਿਤਸਰ ਏਸ਼ੀਆ ਦੀ ਬਹੁਤ ਵੱਡੀ ਸਬਜ਼ੀ ਮੰਡੀ ਦੇ ਤੌਰ ਤੇ ਪ੍ਰਸਿੱਧ ਸੀ ਔਰ ਅੱਜ ਉਹ ਸਥਿਤੀਆਂ ਨਹੀਂ ਨੇ। ਔਰ ਸੰਧਾਵਾਲ ਵਿਖੇ ਵੀ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੇ ਨਾਲ ਮਿਲੇ ਔਰ ਉਹਨਾਂ ਨੇ ਕਿਸਾਨ ਮਸਲਿਆਂ ਤੇ ਗੱਲਬਾਤ ਕੀਤੀ। ਇਸੇ ਕਰਕੇ ਮੈਂ ਹਰ ਰੋਜ਼ ਅਰਦਾਸ ਕਰਦਾ, ਇਸੇ ਕਰਕੇ ਮੈਂ ਇਸ ਅੰਦੋਲਨ 'ਚ ਯੋਗਦਾਨ ਪਾਉਣਾ ਚਾਹੁੰਦਾ ਵੀ ਇਹਦੀ ਜਿਹੜੀ ਸਕਸੈਸ ਹੈ ਉਹ ਆਮ ਆਦਮੀ ਦੀ ਜਿੱਤ ਤੇ ਇਹ ਹੋਣਾ ਨਹੀਂ। ਵਾਹਿਗੁਰੂ ਦੀ ਮਿਹਰ ਇੰਨੀ ਹੈ, 10 ਗੁਰੂਆਂ ਦੀ ਮਿਹਰ ਇੰਨੀ ਹੈ ਆਪਣੀ ਕੌਮ ਦੇ ਉੱਤੇ। ਇਹ ਹੋਣਾ ਨਹੀਂ ਵੀ ਆਪਾਂ 1 ਇੰਚ ਪਿੱਛੇ ਹੋ ਜਾਈਏ। ਬਿਲਕੁਲ ਇਹ ਤੁਸੀਂ ਦੇਖ ਲਿਓ, ਕਿਉਂਕਿ ਜਦੋਂ ਸਰਕਾਰ ਨਾਲ ਲੜਦਾ ਕਿਸਾਨ ਉਹ ਡਟ ਕੇ ਉਹਦੇ ਅੱਗੇ ਖੜਦਾ, ਇਹਦਾ ਮਤਲਬ ਉਹਦੀ ਆਪਦੀ ਜ਼ਿੰਦਗੀ ਦਾ ਉਹ ਤੇ ਲੱਗੀ ਹੈ, ਉਹਦੇ ਪਰਿਵਾਰਾਂ ਦੀ ਜ਼ਿੰਦਗੀ ਦਾ ਉਹ ਤੇ ਲੱਗੀ ਹੈ, ਸਾਡੀ ਅਗਲੀ ਜਿਹੜੀ ਜਨਰੇਸ਼ਨ ਅਗਲੀ ਪੀੜ੍ਹੀ ਦੀ ਜ਼ਿੰਦਗੀ ਦਾ ਉਹ ਤੇ ਲੱਗੀ ਕਿ ਨਹੀਂ ਲੱਗੀ। ਦੇਖੋ ਜਦੋਂ ਮੈਂ ਇਸ ਅੰਦੋਲਨ ਵੱਲ ਦੇਖਦਾ ਤੇ ਕੱਪੜ ਛਾਣ ਕਰਦਾ ਤੇ ਇਹ ਵੇਖਦਾ ਵੀ ਇਸ ਅੰਦੋਲਨ ਦੇ ਵਿੱਚ ਧੁਰੀ ਕੀ ਹੈ ਜਿਹਦੇ ਇਰਦ ਗਿਰਦ ਸਭ ਕੁਝ ਘੁੰਮਦਾ ਤੇ ਉਹਦੀ ਜਦੋਂ ਜਾਂਚ ਪੜਤਾਲ ਕਰਦਾ ਤੇ ਮੈਨੂੰ ਲੱਗਦਾ ਵੀ ਇਹਦੀ ਜਿਹੜੀ ਜਾਨ ਹੈ, ਇਹਦੇ ਜਿਹੜੇ ਪ੍ਰਾਣ ਨੇ, ਇਹਦੀ ਜਿਹੜੀ ਰੂਹ ਹੈ ਉਹ MSP। ਅੱਜ ਗੱਲ ਮੈਂ MSP ਦੀ ਕਰਨੀ ਤੇ ਦੇਖੋ ਤੁਹਾਡੇ ਪਿੰਡ ਚੋਂ ਇਹਨੂੰ ਮੁੰਡੇ ਨੂੰ ਖਵਾ ਕੇ ਲਿਆ ਮੈਂ ਅਲਸੀ ਦੀਆਂ ਪਿੰਨੀਆਂ ਦੇਖਿਓ ਸਹੀ, ਇਹਨੇ ਵੀ ਪੂਰੇ ਕੜੇ ਕੱਢ ਦੇਣੇ ਆ। ਹੁਣ ਜਦੋਂ ਮੈਂ ਦੇਖਦਾ ਕਿ MSP ਸ਼ੁਰੂ ਕਿੱਥੋਂ ਹੁੰਦੀ, ਜੇ ਆਪਾਂ ਦੇਖੀਏ ਹਰ ਚੀਜ਼ ਜੁੜੀ ਹੈ ਕਿਸਾਨ ਨੂੰ, ਜਿਹੜੀ ਚੀਜ਼ ਦਾ ਖੋਣ ਦਾ ਖਤਰਾ ਹੈ ਉਹ MSP ਹੈ। ਇਹਨੂੰ ਇਹ ਸ਼ੁਰੂ ਕਿੱਥੋਂ ਹੁੰਦੀ, ਇਹਨੂੰ ਲਿਆਉਂਦਾ ਕੌਣ? ਕਿਸਾਨ ਦਾ ਜੜ ਵੀ ਤੇ ਇਹੀ ਹੈ ਨਾ। ਕਿਸਾਨ ਦੀ ਕੀ ਮਜਬੂਰੀ ਹੋ ਗਈ ਵੀ ਉਹ ਇਹਦੇ ਕਰਕੇ ਲੜਦਾ ਹੈ। ਇਹਨੂੰ ਇੱਕ ਸਟੈਚੂਟਰੀ ਬੋਡੀ ਹੈ, ਕਮਿਸ਼ਨ ਹੈ ਇੰਡੀਆ ਦਾ, ਉਹਨੂੰ ਕਹਿੰਦੇ ਨੇ ਕਮਿਸ਼ਨ ਫਾਰ ਐਗਰੀਕਲਚਰਲ ਕਾਸਟ ਐਂਡ ਪ੍ਰਾਈਸ। ਉਹ 23 ਫਸਲਾਂ ਦੇ ਉੱਤੇ ਪਬਲਿਕ ਅਨਾਉਂਸਮੈਂਟ ਕਰਦਾ ਹੈ, ਪਬਲਿਕ 'ਚ ਆ ਕੇ ਵਾਅਦਾ ਕਰਦਾ ਉਹ ਕਮਿਸ਼ਨ, ਔਰ ਇਹ ਕਹਿੰਦਾ ਹੈ ਵੀ 23 ਫਸਲਾਂ ਦੇ ਉੱਤੇ ਅਸੀਂ MSP ਕਮਾਂ ਰੇਟ ਫਿਕਸ ਕਰਕੇ। ਕਮਿਟਮੈਂਟ ਹੈ ਇਹ ਸਰਕਾਰ ਦੀ, ਠੀਕ ਹੈ, ਤੇ ਮਿਲਦੀ ਦੋ ਤੇ ਹੈ। ਉਧਰ ਤੇਜ਼ ਤਰਾਰ ਕਾਂਗਰਸੀ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਪ੍ਰਭਾਰੀ ਦੁਸ਼ਯੰਤ ਗੌਤਮ ਦੇ ਭਾਸ਼ਣ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਕਾਬਲੇ ਜ਼ਿਕਰ ਹੈ ਕਿ ਦੁਸ਼ਯੰਤ ਗੌਤਮ ਉਹਨਾਂ ਨੇ ਕੱਲ ਕਾਂਗਰਸ ਤੇ ਤਿੱਖੇ ਇਲਜ਼ਾਮ ਲਾਏ ਸੀ, ਜਿਸ ਤੋਂ ਬਾਅਦ ਅੱਜ ਰਾਜ ਕੁਮਾਰ ਵੇਰਕਾ ਨੇ ਮੋੜਵਾਂ ਜਵਾਬ ਦਿੱਤਾ।
दुष्यंत गौतम जी कहते हैं कि कांग्रेस पार्टी ने इशारा किया तो किसानों ने हमारे टेंट उखाड़ दिए। लोगों को 1 महीने से आंदोलन करने पे किसने मजबूर किया हुआ है? और दुष्यंत गौतम जी बात करने से पहले अपने आका नरेंद्र मोदी को जाकर अकल दो। हमें समझाने की जरूरत नहीं। पूरा देश आपके टेंट उखाड़ना चाहता है, तंबू उखाड़ना चाहता है। आपके तंबू कांग्रेस ही नहीं, पूरा देश उखाड़ रहा है। ਉਧਰ ਦਿੱਲੀ ਦੇ ਟਿੱਕਰੀ ਬਾਰਡਰ ਤੇ ਵੀ ਕਿਸਾਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਧਰ ਚੰਡੀਗੜ੍ਹ ਵਿੱਚ ਵੀ ਕਿਸਾਨ ਅੰਦੋਲਨ ਭਖਦਾ ਜਾ ਰਿਹਾ ਹੈ। ਅੱਜ ਚੰਡੀਗੜ੍ਹ ਦੇ ਵਿੱਚ ਵੀ ਵੱਡੀ ਗਿਣਤੀ ਕਿਸਾਨਾਂ ਨੇ ਥਾਲੀਆਂ ਵਜਾ ਕੇ ਦੂਸਰੀ ਥਾਵਾਂ ਤੇ ਕਿਸਾਨਾਂ ਦਾ ਸਮਰਥਨ ਕੀਤਾ। ਸੋ ਫਿਲਹਾਲ ਪੰਜਾਬ ਅਤੇ ਦੇਸ਼ ਦੀਆਂ ਵੱਡੀਆਂ ਸੁਰਖੀਆਂ ਅਤੇ ਉਹਨਾਂ ਦੀ ਪੜਤਾਲ ਦੇ ਇਸ ਸਿਲਸਿਲੇ ਨੂੰ ਵਿਰਾਮ ਦਿੰਦੇ ਹਾਂ। ਫਿਰ ਮੁਲਾਕਾਤ ਹੋਏਗੀ। ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।